ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਤੀਜਾ। ਵਾਰ ਸਤ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਦਿਤ ਵਾਰ ਆਦਿ ਪੁਰਖ ਹੈ ਸੋਈ। ਆਪੇ ਵਰਤਾ ਅਵਰ ਨਾ ਕੋਈ। ਆਦਿਤ ਵਾਰ ਆਦਿ ਪੁਰਖ ਹੈ ਸੋਈ। ਆਪੇ ਵਰਤਾ ਅਵਰ ਨਾ ਕੋਈ। ਓਤ ਪੋਤ ਜਗ ਰਹਿਆ ਪਰੋਈ। ਆਪੇ ਕਰਤਾ ਕਰੈ ਸੋ ਹੋਈ। ਨਾਮ ਰਤੇ ਸਦਾ ਸੁਖ ਹੋਈ। ਗੁਰਮੁਖ ਵਿਰਲਾ ਬੂਝੈ ਕੋਈ। ਹਿਰਦੈ ਜਪਨੀ ਜਪੋ ਗੁਣ ਤਾਸਾ। ਹਰਿ ਆਗਮ ਅਗੋਚਰ ਅਪਰੰਪਰ ਸੁਆਮੀ। ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ। ਹਿਰਦੈ ਜਪਣੀ ਜਪੋ ਗੁਣ ਤਾਸਾ। ਹਰਿ ਆਗਮ ਅਗੋਚਰ ਅਪਰੰਪਰ ਸੁਆਮੀ। ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ, ਨਿਤਨੇਮ ਦੇ ਪਾਠ, ਗੁਰਮੰਤਰ ਦੇ ਜਾਪ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਲਾਹੀ ਫਰਮਾਨ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਰਾਗ ਬਿਲਾਵਲ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 841 ਤੋਂ ਸ਼ੁਰੂ ਹੋ ਕੇ 42 ਤੇ ਸਮਾਪਤੀ ਹੁੰਦੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੂਰੇ ਇੱਕ ਅੰਗ ਦਾ ਸ਼ਬਦ ਹੈ। 10 ਬੰਦ ਹਨ ਇਸ ਸ਼ਬਦ ਦੇ। ਸ਼ਬਦ ਕਾਫੀ ਲੰਬੇਰਾ ਹੋਣ ਕਰਕੇ ਜ਼ਿਆਦੀ ਵਿਚਾਰ ਇੱਕ ਇੱਕ ਪੰਗਤੀ ਉੱਤੇ ਨਹੀਂ ਹੋ ਸਕਦੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪ ਬਖਸ਼ਿਸ਼ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਰੋਜ਼ਾਨਾ ਆਪ ਜੀ ਸ਼ਬਦ ਦੀ ਵਿਚਾਰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਸਿੱਖ ਕੌਮ ਦੇ ਮਹਾਨ ਵਿਦਵਾਨ ਆਪ ਸੰਗਤਾਂ ਨਾਲ ਉਹ ਕਥਾ ਸਰਵਣ ਕਰਵਾਉਂਦੇ ਨੇ। ਉਹਨਾਂ ਨੇ ਦਾਸ ਨੂੰ ਹੁਕਮ ਕੀਤਾ ਹੈ ਕਿ ਅੱਜ ਦਾਸ ਹਾਜ਼ਰੀ ਭਰੇ। ਸੋ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਮੈਂ ਆਪ ਸੰਗਤਾਂ ਦੇ ਨਾਲ
ਅੱਜ ਸ਼ਬਦ ਦੇ ਵਿਚਾਰ ਦੀ ਹਾਜ਼ਰੀ ਭਰ ਰਹੇ ਹਾਂ। ਕਰੋ ਕਿਰਪਾ ਸਾਰੇ ਮਾਈ ਭਾਈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਾਨੂੰ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ। ਜਿਹੜੇ ਇਹ ਵਾਰ 7 ਹਨ, ਜਿਹਨੂੰ ਅਸੀਂ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਗਿਣਦੇ ਹਾਂ, ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਤਵਾਰ ਤੋਂ ਸ਼ੁਰੂ ਕਰਕੇ ਸੋਮਵਾਰ ਤੱਕ ਇਹ ਜਿਹੜੇ ਹਨ ਇਹਨਾਂ ਨੂੰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਗਿਣਨਾ ਕੀਤਾ। ਸ਼ਨੀਚਰਵਾਰ ਤੱਕ ਐਤਵਾਰ ਤੋਂ ਸ਼ੁਰੂਆਤ ਹੁੰਦੀ ਹੈ, ਤੋਂ ਸ਼ਨੀਚਰਵਾਰ ਤੱਕ ਸਤਿਗੁਰੂ ਮਹਾਰਾਜ ਜੀ ਨੇ 7 ਵਾਰਾਂ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਲਈ ਮੇਰੇ ਸਾਹਿਬ ਨੇ ਬੜੇ ਢੰਗ ਤਰੀਕਿਆਂ ਦੇ ਰਾਹੀਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ। ਦਿਨਾਂ ਦੇ ਰਾਹੀਂ, ਪਹਿਰਾਂ ਦੇ ਰਾਹੀਂ, ਘੜੀਆਂ ਦੇ ਰਾਹੀਂ, ਇਤ ਆਦਿਕ ਮਹੀਨਿਆਂ ਦੇ ਰਾਹੀਂ। ਜਦੋਂ ਅਸੀਂ ਪਹਿਰਿਆਂ ਦਾ ਸ਼ਬਦ ਪੜ੍ਹਦੇ ਹਾਂ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗੁਰਬਹਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਗਾਣੇ ਉਰਦ ਧਿਆਨ ਲਿਵ ਲਾਗਾ, ਨਾਮ ਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ, ਜੈਸੀ ਕਲਮ ਵੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਬਾਸ। ਇਸ ਤਰ੍ਹਾਂ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ 4 ਪਹਿਰਿਆਂ ਦੇ ਰਾਹੀਂ, ਦੂਜਾ ਪਹਿਰ, ਤੀਜਾ ਪਹਿਰ ਤੇ ਚੌਥੇ ਪਹਿਰ ਦੇ ਰਾਹੀਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਤਾਂ ਕਿ ਜੀਵ ਕਿਸੇ ਨਾ ਕਿਸੇ ਤਰੀਕੇ ਨਾਲ ਵਾਹਿਗੁਰੂ ਪਰਮਾਤਮਾ ਨਾਲ ਜੁੜੇ। 12 ਮਹੀਨੇ ਜਿਹੜੇ ਹਨ ਉਹਨਾਂ ਦੇ ਰਾਹੀਂ ਵੀ ਜਿਹੜਾ ਮਹੀਨਿਆਂ ਦੇ ਰਾਹੀਂ ਉਪਦੇਸ਼ ਦਿੱਤਾ ਹੈ, ਉਹ ਵੀ ਮਨੁੱਖ ਨੂੰ ਪਰਮਾਤਮਾ ਨਾਲ ਹੀ ਮੇਰੇ ਸਾਹਿਬ ਨੇ ਜੋੜਿਆ ਹੈ। ਵੱਖਰੀ ਗੱਲ ਹੈ ਕਿ ਅਸੀਂ ਉਸ ਨੂੰ ਸੰਗਰਾਂਦ ਸ਼ਬਦ ਦੇ ਨਾਲ ਜੁੜ ਗਏ ਵੀ ਅੱਜ ਸੰਗਰਾਂਦ ਦਾ ਦਿਨ ਹੈ, ਜ਼ਰੂਰ ਗੁਰਦੁਆਰੇ ਜਾਣਾ ਹੈ। ਬਾਕੀ ਦਿਨਾਂ ਨੂੰ ਅਸੀਂ ਬਹੁਤੀ ਅਹਿਮੀਅਤ ਨਹੀਂ ਦਿੰਦੇ, ਪਰ ਸਾਹਿਬ ਨੇ ਉਹਨਾਂ ਮਹੀਨਿਆਂ ਰਾਹੀਂ ਪ੍ਰਮਾਤਮਾ ਨਾਲ ਜੋੜਿਆ ਹੈ। ਕਈ ਵਾਰ ਅਸੀਂ ਦਿਨਾਂ ਦੀ ਵਿਚਾਰ ਵੀ ਕਰਦੇ ਹਾਂ ਕਿ ਮੰਗਲਵਾਰ ਸਿਰ ਨਹੀਂ ਨਹਾਉਣਾ ਜੀ, ਵੀਰਵਾਰ ਕੱਪੜੇ ਨਹੀਂ ਧੋਣੇ ਜੀ, ਸ਼ਨੀਵਾਰ ਆਹ ਨਹੀਂ ਕਰਨਾ। ਇਹ ਸਾਰੇ ਭਰਮ ਭੁਲੇਖੇ ਜਿਹੜੇ ਮਨੁੱਖ ਨੂੰ ਪਾਏ ਹੋਏ ਹਨ, ਮੇਰੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਅੱਜ ਸਾਰੇ ਭੁਲੇਖੇ ਦੂਰ ਕਰਨ ਲੱਗੇ ਨੇ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ 10 ਬੰਦਾਂ ਦੇ ਸ਼ਬਦ ਵਿੱਚ ਜਿਹੜੀ ਰਹਾਉ ਵਾਲੀ ਪੰਕਤੀ ਹੈ, ਉਹਦੇ ਵਿੱਚ ਸਮੁੱਚਾ ਭਾਵ ਮੇਰੇ ਸਾਹਿਬ ਨੇ ਦਰਸਾ ਦਿੱਤਾ ਸ਼ਬਦ ਦਾ। ਤੇ ਰਹਾਉ ਵਾਲੀ ਪੰਕਤੀ ਹੈ, ਹਿਰਦੈ ਜਪਨੀ ਜਪੋਂ ਗੁਣ ਤਾਸਾ, ਹਰ ਆਗਾਮਿਆ ਗੋਚਰ ਅਪਰੰਪਰ ਸੁਆਮੀ, ਜਨ ਪਗ ਲਗ ਧਿਆਵੋਂ ਹੋਏ ਦਾਸਨ ਦਾਸਾ। ਮੇਰੇ ਸਾਹਿਬ ਜੀ ਕਹਿੰਦੇ, ਮੈਂ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਯਾਦ ਨੂੰ ਮਾਲਾ ਬਣਾ ਲਿਆ ਹੈ। ਬਾਬਾ ਫਰੀਦ ਭਗਤ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਸ਼ਬਦ ਵਰਤਿਆ, ਕਹਿਣ ਲੱਗੇ, ਲੋਕ ਹੱਥ ਦੇ ਵਿੱਚ ਮਾਲਾ ਫੜ ਕੇ ਦੁਨੀਆ ਨੂੰ ਵਿਖਾਉਂਦੇ ਨੇ, ਪਰ ਜਿਸ ਦਿਨ ਮਨੁੱਖ ਨੂੰ ਸਮਝ ਆ ਜਾਂਦੀ ਇਸ ਮਾਲਾ ਦੀ, ਉਸ ਦਿਨ ਬਾਬਾ ਫਰੀਦ ਕਬੀਰ ਸਾਹਿਬ ਜੀ ਕਹਿੰਦੇ ਇਹ ਪਤਾ ਚੱਲ ਜਾਂਦਾ ਹੈ, ਹਰ ਸਵਾਸ ਨਾਲ ਹੀ ਨਾਮ ਜਪਣਾ ਮਨੁੱਖ ਦੇ ਕੋਲੇ ਮਾਲਾ ਹੋਣੀ ਚਾਹੀਦੀ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੀ ਆਰੰਭਤਾ ਦੇ ਵਿੱਚ ਪਹਿਲਾ ਸ਼ਬਦ ਹੀ ਇਹ ਵਰਤਿਆ ਹੈ, ਕਬੀਰ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿਣ ਲੱਗੇ, ਮੇਰੀ ਰਸਨਾ ਉੱਤੇ ਵਾਹਿਗੁਰੂ ਦੀ ਸਦਾ ਲਈ ਯਾਦ, ਇਹੀ ਮੇਰੇ ਵਾਸਤੇ ਮਾਲਾ ਹੈ। ਤੇ ਉਹਨਾਂ ਨੇ ਇੱਕ ਸ਼ਬਦ ਹੋਰ ਵੀ ਵਰਤਿਆ ਸ਼ਲੋਕਾਂ ਦੇ ਵਿੱਚ, ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ। ਕਹਿੰਦੇ ਹੱਥ ਵਿੱਚ ਫੜ ਕੇ ਮਾਲਾ ਕਿਉਂ ਲੋਕਾਂ ਨੂੰ ਪਖੰਡ ਕਰਕੇ ਵਿਖਾਉਣਾ ਹੈ, ਕਿਉਂਕਿ ਹਿਰਦੈ ਰਾਮ ਨਾ ਜਪਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤਈ। ਇਹ ਜਪਣੀ ਕਿਆ ਹੋਏ, ਕਹਿੰਦੇ ਅੰਦਰ ਤੇ ਵਾਹਿਗੁਰੂ ਦੀ ਯਾਦ ਨਹੀਂ, ਇਹ ਕਾਹਦੇ ਵਾਸਤੇ ਮਾਲਾ ਫੜ ਕੇ ਲੋਕਾਂ ਨੂੰ ਵਿਖਾਉਣਾ ਹੈ। ਭਾਵ ਇਹ ਬਣ ਗਿਆ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹਿਰਦੈ ਜਪਣੀ, ਅੰਦਰ ਹਿਰਦੇ ਵਿੱਚ ਪ੍ਰਭੂ ਦੀ ਯਾਦ ਦੀ ਮਾਲਾ ਮਨੁੱਖ ਤੂੰ ਬਣਾ,
ਤੇ ਕਿਹੜੀ ਕਹਿਣ ਲੱਗੇ ਗੁਣ ਤਾਸਾ। ਗੁਣ ਤਾਸਾ ਦਾ ਮਤਲਬ ਗੁਣਾਂ ਦਾ ਖਜ਼ਾਨਾ ਮਾਲਕ ਪਰਮਾਤਮਾ। ਜੇ ਹਿਰਦੇ ਵਿੱਚ ਪਰਮਾਤਮਾ ਨੂੰ ਯਾਦ ਕਰੇਗਾ ਤਾਂ ਵਾਹਿਗੁਰੂ ਤੇਰੇ ਹਿਰਦੇ ਵਿੱਚ ਗੁਣ ਪੈਦਾ ਕਰ ਦੇਗਾ। ਤੇ ਯਾਦ ਕਿਹਨੂੰ ਰੱਖਣਾ ਹੈ? ਹਰ ਆਗਾਮੇ ਅਗੋਚਰ ਅਪਰੰਪਰ ਸੁਆਮੀ। ਉਹ ਪਰਮਾਤਮਾ ਜਿਹੜਾ ਸਾਡੇ ਗਿਆਨ ਇੰਦਰੀਆਂ ਤੋਂ ਪਰੇ ਹੈ। ਮੇਰੇ ਸਾਹਿਬ ਜੀ ਕਹਿੰਦੇ ਜਿਹੜਾ ਸਭ ਦਾ ਮਾਲਕ ਹੈ। ਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਦੀ ਸਮਝ ਕਿੱਥੇ ਜਾ ਕੇ ਪਵੇਗੀ? ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ। ਮੇਰੇ ਸਾਹਿਬ ਜੀ ਕਹਿੰਦੇ ਸਤ ਸੰਗਤ ਵਿੱਚ ਜਾ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਪਿਆਰਿਆਂ ਦੇ ਵਿੱਚ ਮਿਲ ਬੈਠ ਕੇ ਉਹਨਾਂ ਦੇ ਦਾਸਨ ਦਾਸ ਦਾ ਭਾਵ ਹੈ ਨਿਮਰਤਾ ਦੇ ਨਾਲ ਤੂੰ ਸੰਗਤ ਵਿੱਚ ਜਾ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਬੈਠ ਕੇ ਸਤਸੰਗੀਆਂ ਵਿੱਚ। ਇਹੀ ਸਭ ਤੋਂ ਵੱਡੀ ਤੇਰੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨੇ ਮਾਲਾ ਪਰੋ ਦਿੱਤੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੇ ਆਰੰਭਤਾ ਇੱਥੋਂ ਕਰਦੇ ਨੇ। ਬਿਲਾਵਲ ਮਹੱਲਾ ਤੀਜਾ। ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਦਾ ਪਾਵਨ ਪਵਿੱਤਰ ਸ਼ਬਦ ਵਾਰ 7 ਭਾਵ ਕਿ 7 ਦਿਨਾਂ ਦੇ ਰਾਹੀਂ ਗੁਰੂ ਸਾਹਿਬ ਉਪਦੇਸ਼ ਦੇਣ ਲੱਗੇ ਨੇ। ਘਰ 10ਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਰਾਹੀਂ ਉਸ ਦੀ ਸਮਝ ਪੈਂਦੀ ਹੈ। ਸਭ ਕਿਰਪਾ ਕਰਦੇ ਆਦਿਤ ਵਾਰ ਆਦ ਪੁਰਖ ਹੈ ਸੋਈ। ਆਦ ਦਾ ਅਰਥ ਵਿਦਵਾਨਾਂ ਨੇ ਸੂਰਜ ਵੀ ਕੀਤਾ ਹੈ। ਸੂਰਜ ਦੀ ਆਰੰਭਤਾ ਕਹਿ ਲਓ। ਸੂਰਜ ਦੀਆਂ ਕਿਰਨਾਂ ਦੇ ਨਾਲ ਇਸ ਧਰਤੀ ਤੇ ਜਦੋਂ ਕਿਰਨਾਂ ਪਈਆਂ ਫਿਰ ਉਸ ਤੋਂ ਬਾਅਦ ਜਿਹੜੇ ਦਿਨਾਂ ਵਾਰਾਂ ਦਾ ਜਨਮ ਹੋਇਆ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਸਮਝ ਲਓ ਕਿ ਐਤਵਾਰ ਦਿਨ ਦੀ ਆਰੰਭਤਾ ਹੋ ਗਈ। ਪਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਐਤਵਾਰ ਦੇ ਰਾਹੀਂ ਸਮਝਣਾ ਕੀ ਹੈ? ਆਮ ਤੌਰ ਤੇ ਦੁਨੀਆ ਕਹਿੰਦੀ ਜੀ ਅੱਜ ਐਤਵਾਰ ਆ, ਛੁੱਟੀ ਮਨਾਉਣ ਲੱਗੇ ਆ। ਐਤਵਾਰ ਦੀ ਛੁੱਟੀ ਕੀ ਮਨਾਈ? ਐਤਵਾਰ ਵਾਲੇ ਦਿਨ ਕੋਈ ਕਲੱਬਾਂ ਚਲਿਆ ਗਿਆ, ਕੋਈ ਪੱਬਾਂ ਚਲਿਆ ਗਿਆ, ਕੋਈ ਕਿਤੇ ਚਲਿਆ ਗਿਆ ਤੇ ਕੋਈ ਕਿਤੇ ਚਲੇ ਗਿਆ। ਬੰਦੇ ਨੇ ਐਤਵਾਰ ਦਾ ਦਿਨ ਇਹ ਰੱਖਿਆ ਕਿ ਮੈਂ ਇਸ ਐਤਵਾਰ ਨੂੰ ਛੁੱਟੀ ਦਾ ਦਿਨ ਮਨਾਉਣਾ ਹੈ। ਪਰ ਮਨਾਇਆ ਕਿੱਥੇ ਜਾ ਕੇ? ਜਿੱਥੇ ਮਨੁੱਖ ਦੇ ਮਨ ਤੇ ਵਿਕਾਰਾਂ ਦਾ ਹੋਰ ਜ਼ਿਆਦਾ ਗਲਤ ਪ੍ਰਭਾਵ ਪੈ ਜਾਵੇ, ਉਹ ਬੰਦੇ ਨੇ ਐਤਵਾਰ ਮਨਾਇਆ। ਗੁਰੂ ਅਮਰਦਾਸ ਜੀ ਕਹਿੰਦੇ ਆਓ ਦੱਸੀਏ ਐਤਵਾਰ ਕਿੱਥੇ ਜਾ ਕੇ ਮਨਾਉਣਾ ਹੈ। ਕਹਿਣ ਲੱਗੇ ਐਤਵਾਰ ਆਦ ਪੁਰਖ ਪ੍ਰਭ ਸੋਈ। ਤੇਰਾ ਐਤਵਾਰ ਮਨਾਇਆ ਤਾਂ ਹੀ ਪ੍ਰਵਾਨ ਹੈ ਜੇ ਤੈਨੂੰ ਇਹ ਸਮਝ ਲੱਗ ਜਾਏ ਕਿ ਇਸ ਸ੍ਰਿਸ਼ਟੀ ਦੀ ਆਰੰਭਤਾ ਕਰਨ ਵਾਲਾ ਆਦ ਪੁਰਖ ਪਰਮਾਤਮਾ ਹੈ। ਆਪੇ ਵਰਤੈ ਅਵਰ ਨਾ ਕੋਈ। ਪਰਮਾਤਮਾ ਦਾ ਹੀ ਪਸਾਰਾ ਸਾਰੇ ਬੰਨੇ ਵਰਤ ਰਿਹਾ। ਉਹ ਪ੍ਰਭੂ ਪਰਮਾਤਮਾ ਦਾ ਵਰਤਾਰਾ ਸਾਰੇ ਬੰਨੇ ਉਹਦੀ ਖੇਡ ਵਰਤਦੀ ਪਈ ਹੈ। ਜੇ ਤੈਨੂੰ ਇਹ ਸਮਝ ਆ ਗਈ ਸਮਝ ਲੈ ਤੇਰਾ ਐਤਵਾਰ ਮਨਾਇਆ ਪ੍ਰਵਾਨ ਹੋ ਗਿਆ ਹੈ। ਓਤ ਪੋਤ ਜਗ ਰਹਿਆ ਪਰੋਈ। ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਤਾਣੇ ਪੇਟੇ ਦੇ ਰਾਹੀਂ ਇਹ ਸਾਰੇ ਜਗਤ ਵਿੱਚ ਆਪਣੇ ਆਪ ਨੂੰ ਪਰੋ ਕੇ ਰੱਖਿਆ ਹੋਇਆ ਹੈ। ਆਪੇ ਕਰਤਾ ਕਰੇ ਸੋ ਹੋਈ। ਇਸ ਸੰਸਾਰ ਅੰਦਰ ਜੋ ਕੁਝ ਵਰਤਦਾ ਹੈ ਉਸ ਕਰਤਾਰ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਵਰਤਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨਾਮ ਰਤੇ ਸਦਾ ਸੁਖ ਹੋਈ। ਜੇ ਨਾਮ ਦੇ ਵਿੱਚ ਮਨੁੱਖ ਦਾ ਮਨ ਲੱਗ ਜਾਏ ਤੇ ਸਦੀਵੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰਮੁਖ ਵਿਰਲਾ ਬੂਝੈ ਕੋਈ। ਕੋਈ ਵਿਰਲਾ ਗੁਰਮੁਖ ਇਸ ਗੱਲ ਨੂੰ ਸਮਝ ਸਕਦਾ ਹੈ। ਇਹ ਪਹਿਲਾ ਬੰਦ ਹੈ। ਕੋਈ ਵਿਰਲਾ ਮਨੁੱਖ ਇਹ ਸਮਝ ਸਕਦਾ ਹੈ ਕੀ ਗੱਲ ਕਿ ਪਰਮਾਤਮਾ ਵਾਹਿਗੁਰੂ ਦਾ ਸਾਰੇ ਬੰਨੇ ਪਸਾਰਾ ਹੈ। ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆਦ ਪੁਰਖ ਮੁੱਢ ਤੋਂ ਹੀ ਪਰਮਾਤਮਾ ਵਾਹਿਗੁਰੂ ਆਪ ਹੈ। ਮੇਰੇ ਸਾਹਿਬ ਜੀ ਕਹਿੰਦੇ ਜਗਤ ਵਿੱਚ ਉਹਦਾ ਵਰਤਾਇਆ ਹੋਇਆ ਵਰਤਾਰਾ ਵਰਤਦਾ ਹੈ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਤੇ ਉਹਦੇ ਨਾਮ ਵਿੱਚ ਜੁੜ ਕੇ ਸੁੱਖ ਮਿਲ ਸਕਦਾ ਹੈ। ਇਹ ਐਤਵਾਰ ਦੇ ਰਾਹੀਂ ਗੁਰੂ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੇਰੇ ਗਰੀਬ ਨਿਵਾਜ ਪਾਤਸ਼ਾਹ ਹੁਣ ਕਿਰਪਾ ਕਰਦੇ ਨੇ ਦੂਸਰੇ ਬੰਦ ਰਾਹੀਂ ਤੇ ਸੋਮਵਾਰ ਦੇ ਰਾਹੀਂ ਸਮਝਾਉਣ ਲੱਗੇ ਨੇ। ਸਾਹਿਬ ਕਹਿੰਦੇ ਸੋਮਵਾਰ ਸੱਚ ਰਹਿਆ ਸਮਾਏ। ਐਤਵਾਰ ਤੋਂ ਬਾਅਦ ਸੋਮਵਾਰ ਦਾ ਦਿਨ ਚੜ੍ਹ ਗਿਆ ਤੇ ਮੇਰੇ ਸਾਹਿਬ ਜੀ ਕਹਿੰਦੇ ਸੋਮਵਾਰ ਵਾਲੇ ਦਿਨ ਕੀ ਸਮਝ ਆਈ? ਗੁਰਮੁਖ ਨੂੰ ਸਮਝ ਆ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਕਹਿ ਲਓ ਕਿ ਜ਼ਿੰਦਗੀ ਦੇ ਪੜਾਅ ਕਹਿ ਸਕਦੇ ਆਪਾਂ। ਇਹ ਸਮਝ ਆ ਗਈ ਕਿ ਸੱਚ ਪਰਮਾਤਮਾ ਸਾਰੇ ਬੰਨੇ ਸਮਾਇਆ ਹੋਇਆ ਤੇ ਮਨੁੱਖ ਨੇ ਸੱਚ ਨਾਲ ਸਾਂਝ ਪਾਉਣੀ ਹੈ। ਆਗਮ ਆਗੋਚਰ ਲਖਿਆ ਨਾ ਜਾਈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿਹੜਾ ਪ੍ਰਭੂ ਪਰਮਾਤਮਾ ਹੈ ਨਾ, ਜਿਹਦੀ ਇਹ ਸਮਝ ਪਈ ਕਿ ਸੋਮਵਾਰ ਸੱਚ ਰਹਿਆ ਸਮਾਏ। ਇਹ ਪਤਾ ਚੱਲ ਗਿਆ ਸੋਮਵਾਰ ਦੇ ਦਿਨ ਰਾਹੀਂ ਕਿ ਪ੍ਰਭੂ ਪਰਮਾਤਮਾ ਸੱਚ ਰੂਪ ਸਾਰੇ ਬੰਨੇ ਆਪ ਸਮਾਇਆ ਹੋਇਆ। ਤਿਸ ਕੀ ਕੀਮਤ ਕਹੀ ਨਾ ਜਾਏ।
ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਪਰਮਾਤਮਾ ਦੀ। ਤੋ ਸਾਹਿਬ ਕਹਿੰਦੇ ਆਖ ਆਖ ਰਹੇ ਸਭ ਲਿਵ ਲਾਏ। ਇਹ ਸਮਝ ਲੈਣੀ ਹੈ ਕਿ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਬਾਰੇ ਕਹਿ ਕੇ ਸੰਸਾਰ ਦੇ ਅੰਦਰ ਦੁਨੀਆ ਚਲੀ ਗਈ, ਧਾਰਮਿਕ ਲੋਕ ਆਏ, ਰੱਬ ਦੇ ਬਾਰੇ ਕਹਿ ਕੇ ਚਲੇ ਗਏ, ਪਰ ਅੰਤ ਤਾਂ ਕੋਈ ਉਹਦਾ ਪਾ ਨਹੀਂ ਸਕਿਆ। ਜਿਵੇਂ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਮੇਰੇ ਸਾਹਿਬ ਜੀ ਕਹਿੰਦੇ ਉਹਦਾ ਅੰਤ ਅੱਜ ਤੱਕ ਨਾ ਕਿਸੇ ਪਾਇਆ, ਨਾ ਕੋਈ ਪਾ ਸਕਦਾ ਹੈ। ਆਖ ਆਖ ਕੇ ਸੰਸਾਰ ਤੋਂ ਤੁਰ ਗਏ। ਸਾਹਿਬ ਕਿਰਪਾ ਕਰਦੇ, ਜਿਸ ਦੇਵੈ ਤਿਸ ਪੱਲੇ ਪਾਏ। ਪਰ ਵਾਹਿਗੁਰੂ ਪਰਮਾਤਮਾ ਜਿਹਨੂੰ ਇਹ ਸਮਝ ਦੇਵੇ, ਉਸੇ ਨੂੰ ਇਹ ਸਮਝ ਮਿਲਦੀ ਹੈ। ਕਿਹੜੀ ਸਮਝ? ਕਿ ਪ੍ਰਭੂ ਪਰਮਾਤਮਾ ਸਾਰੇ ਬੰਨੇ ਸਮਾਇਆ ਤੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਸਮਝ ਵਾਹਿਗੁਰੂ ਹੀ ਜੀਵ ਨੂੰ ਦੇਵੇ ਤਾਂ ਮਿਲਦੀ ਹੈ। ਤੋ ਸਾਹਿਬ ਕਹਿੰਦੇ, ਅਗੰਮ ਅਗੋਚਰ ਲਖਿਆ ਨਾ ਜਾਏ। ਅਗੰਮ ਦਾ ਮਤਲਬ ਹੁੰਦਾ ਜਿਸ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ। ਮੇਰੇ ਸਾਹਿਬ ਜੀ ਕਹਿੰਦੇ, ਉਹ ਪ੍ਰਭੂ ਪਰਮਾਤਮਾ ਜਿਹਦੇ ਬਾਰੇ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਗੁਰੂ ਦੇ ਸ਼ਬਦ ਰਾਹੀਂ ਜੀਵ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦਾ। ਇੱਕ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਸਮੁੰਦਰ ਵਿੱਚ ਰਹਿ ਕੇ ਆਨੰਦ ਜ਼ਰੂਰ ਮਾਣ ਸਕਦੀ। ਇਸੇ ਤਰ੍ਹਾਂ ਜੀਵ ਹੈ, ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ, ਪਰ ਸਾਹਿਬ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹਨੂੰ ਕਹਿਣ ਵਾਲੇ ਉਹਦੇ ਵਿੱਚ ਸਮਾ ਜਾਂਦੇ ਨੇ। ਸਾਹਿਬ ਕਿਰਪਾ ਕਰਦੇ ਨੇ। ਅੱਗੇ ਤੀਸਰੇ ਬੰਦ ਰਾਹੀਂ ਸੋਮਵਾਰ ਰਾਹੀਂ ਉਪਦੇਸ਼ ਦਿੱਤਾ ਕਿ ਵਾਹਿਗੁਰੂ ਸਾਰੇ ਬੰਨੇ ਸਮਾਇਆ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਆਖ ਆਖ ਕੇ ਸੰਸਾਰ ਤੋਂ ਤੁਰ ਗਏ, ਕੋਈ ਅੰਤ ਨਾ ਪਾ ਸਕਿਆ। ਮੰਗਲਵਾਰ ਦੇ ਰਾਹੀਂ ਤੀਸਰੇ ਬੰਦ ਰਾਹੀਂ ਸਾਹਿਬ ਕਿਰਪਾ ਕਰਕੇ ਸਮਝਾਉਂਦੇ ਨੇ, ਮੰਗਲ ਮਾਇਆ ਮੋਹ ਉਪਾਇਆ। ਤੀਸਰਾ ਦਿਨ ਆਇਆ ਮੰਗਲਵਾਰ, ਤੇ ਸਾਹਿਬ ਜੀ ਕਹਿੰਦੇ ਹੁਣ ਇਹ ਸਮਝ ਤੈਨੂੰ ਆਉਣੀ ਚਾਹੀਦੀ ਹੈ ਕਿ ਜਗਤ ਵਿੱਚ ਪ੍ਰਭੂ ਪਰਮਾਤਮਾ ਨੇ ਮਾਇਆ ਦਾ ਪਸਾਰਾ ਵੀ ਆਪ ਹੀ ਪਸਾਰਿਆ ਹੋਇਆ ਹੈ। ਮਾਇਆ ਦੇ ਅਰਥ ਕਈ ਵਾਰ ਵਿਦਵਾਨ ਕਰ ਚੁੱਕੇ ਨੇ ਕਿ ਜਿਹੜੀ ਮੋਹ ਵਾਲੀ ਚੀਜ਼ ਸਾਨੂੰ ਪ੍ਰਭੂ ਤੋਂ ਦੂਰ ਲਿਜਾਵੇ ਉਹਨੂੰ ਮਾਇਆ ਕਿਹਾ ਜਾਂਦਾ ਹੈ। ਜਿਸ ਮੋਹ ਵਿੱਚ ਪਿਆ ਹੋਇਆ ਮਨੁੱਖ ਪਰਮਾਤਮਾ ਨੂੰ ਭੁੱਲ ਜਾਏ, ਤਾਂ ਸਾਹਿਬ ਜੀ ਕਹਿੰਦੇ ਇਹ ਸਮਝ ਆ ਜਾਣੀ ਚਾਹੀਦੀ ਕਿ ਮਾਇਆ ਹੈ ਅਸਲ ਵਿੱਚ ਕੀ ਹੈ। ਜੇ ਮੰਗਲਵਾਰ ਵਾਲੇ ਦਿਨ ਤੈਨੂੰ ਇਹ ਸਮਝ ਆ ਗਈ, ਸਮਝ ਲੈ ਤੈਨੂੰ ਵਾਹਿਗੁਰੂ ਪਰਮਾਤਮਾ ਨੇ ਦਿਨਾਂ ਦੇ ਰਾਹੀਂ ਨਿਰੰਕਾਰ ਪਰਮਾਤਮਾ ਵਾਹਿਗੁਰੂ ਤੱਕ ਪਹੁੰਚਾਉਣ ਦਾ ਇੱਕ ਸਾਧਨ ਹੈ। ਪੌੜੀ ਦਰ ਪੌੜੀ ਗੁਰੂ ਸਾਹਿਬ ਸਮਝਾ ਰਹੇ ਨੇ। ਮੰਗਲਵਾਰ ਦਾ ਦਿਨ ਚੜ੍ਹਿਆ ਤੇ ਕੀ ਸਮਝ ਆ ਗਈ ਕਿ ਮਾਇਆ ਦਾ ਪਸਾਰਾ ਵੀ ਪ੍ਰਭੂ ਨੇ ਪਸਾਰਿਆ ਹੈ। ਆਪੇ ਸਿਰ ਸਿਰ ਧੰਦਾ ਲਾਇਆ। ਪ੍ਰਭੂ ਪਰਮਾਤਮਾ ਨੇ ਸਾਰਿਆਂ ਨੂੰ ਆਪ ਹੀ ਧੰਦਿਆਂ ਵਿੱਚ ਪਰਮੇਸ਼ਰ ਨੇ ਲਾਇਆ ਹੈ। ਆਪ ਬੁਝਾਏ ਸੋਈ ਬੂਝੈ। ਪਰ ਜੀਵ ਦੇ ਕੀ ਵਸ ਹੈ? ਪ੍ਰਭੂ ਪਰਮਾਤਮਾ ਜੇ ਆਪ ਹੀ ਸਮਝ ਦੇਵੇ ਤਾਂ ਇਹ ਸਮਝ ਆ ਸਕਦੀ ਹੈ। ਗੁਰ ਕੈ ਸ਼ਬਦ ਧਰ ਕਰ ਸੂਝੈ। ਗੁਰੂ ਦੇ ਸ਼ਬਦ ਰਾਹੀਂ ਹੀ ਮਨੁੱਖ ਪ੍ਰਭੂ ਦੇ ਦਰ ਨੂੰ, ਘਰ ਨੂੰ ਸਮਝ ਸਕਦਾ ਹੈ ਕਿ ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਕਰਦਾ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਇਹ ਗੁਰੂ ਦੇ ਸ਼ਬਦ ਰਾਹੀਂ ਮਨੁੱਖ ਨੂੰ ਸੂਝ ਮਿਲ ਸਕਦੀ ਹੈ। ਸਾਹਿਬ ਕਿਰਪਾ ਕਰਦੇ, ਪ੍ਰੇਮ ਭਗਤ ਕਰੇ ਲਿਵ ਲਾਏ। ਐ ਜੀਵ ਤੂੰ ਬੜੇ ਪਿਆਰ ਨਾਲ ਪ੍ਰਭੂ ਪਰਮਾਤਮਾ ਦੀ ਭਗਤੀ ਕਰ ਤੇ ਆਪਣੀ ਸੁਰਤ ਪ੍ਰਭੂ ਦੇ ਨਾਮ ਵਿੱਚ ਜੋੜ। ਹਉਮੈ ਮਮਤਾ ਸ਼ਬਦ ਜਲਾਏ। ਸ਼ਬਦ ਰਾਹੀਂ ਆਪਣੇ ਅੰਦਰੋਂ ਹਉਮੈ ਮਮਤਾ ਇਹਨਾਂ ਨੂੰ ਜਲਾ ਦੇ। ਇਹ ਪ੍ਰਭੂ ਪਰਮਾਤਮਾ ਦੇ ਮਿਲਣ ਵਿੱਚ ਰੁਕਾਵਟ ਹੈ, ਪਰ ਸ਼ਬਦ ਰਾਹੀਂ ਇਸ ਨੂੰ ਜਲਾਇਆ ਜਾ ਸਕਦਾ ਹੈ। ਹੁਣ ਸਾਹਿਬ ਕਿਰਪਾ ਕਰਦੇ ਨੇ ਚੌਥੇ ਬੰਦ ਰਾਹੀਂ ਤੇ ਬੁੱਧਵਾਰ ਦੇ ਦਿਨ ਰਾਹੀਂ ਉਪਦੇਸ਼ ਦੇਣ ਲੱਗੇ ਨੇ ਸਾਹਿਬ ਜੀ। ਬੁੱਧਵਾਰ ਆਪੇ ਬੁੱਧ ਸਾਰ। ਐ ਮਨੁੱਖ, ਜੇ ਤੈਨੂੰ ਵਾਹਿਗੁਰੂ ਪਰਮਾਤਮਾ ਨੇ ਸ੍ਰੇਸ਼ਟ ਬੁੱਧੀ ਦਿੱਤੀ ਹੈ ਨਾ, ਹਰੇਕ ਨੂੰ ਪਰਮਾਤਮਾ ਨੇ ਬੁੱਧ ਦਿੱਤੀ ਹੈ। ਇਹ ਮਨੁੱਖ ਕੋਲੇ ਹੈ, ਪੰਛੀਆਂ ਕੋਲੇ ਨਹੀਂ, ਜੀਵ ਜੰਤੂਆਂ ਕੋਲੇ ਨਹੀਂ। ਉਹਨਾਂ ਨੂੰ ਨਹੀਂ ਪਤਾ ਬੁੱਧੀ, ਉਹਨਾਂ ਨੂੰ ਪਰਮਾਤਮਾ ਨੇ ਨਹੀਂ ਦਿੱਤੀ, ਕੇਵਲ ਮਨੁੱਖ ਕੋਲੇ ਹੈ। ਤੇ ਸਾਹਿਬ ਜੀ ਕਹਿੰਦੇ ਨੇ ਜੇ ਬੁੱਧਵਾਰ ਦਾ ਦਿਨ ਆ ਗਿਆ ਤੇ ਬੁੱਧਵਾਰ ਵਾਲੇ ਦਿਨ ਯਾਦ ਕਰਕੇ ਪ੍ਰਭੂ ਨੇ ਤੈਨੂੰ ਸ੍ਰੇਸ਼ਟ ਬੁੱਧ ਦਿੱਤੀ ਹੈ। ਤੇ ਸ੍ਰੇਸ਼ਟ ਬੁੱਧੀ ਨਾਲ ਕੀ ਕਰਨਾ ਹੈ? ਗੁਰਮੁਖ ਕਰਨੀ ਸ਼ਬਦ ਵਿਚਾਰ।
ਫਿਰ ਤੂੰ ਗੁਰੂ ਦੇ ਮਾਰਗ ਤੇ ਚੱਲ, ਸ਼ਬਦ ਦੀ ਵਿਚਾਰ ਕਰਤੇ ਆਪਣੀ ਕਰਨੀ ਤੋਂ ਭਾਵ ਹੈ ਆਚਰਣ, ਆਪਣਾ ਕਰੈਕਟਰ ਕਹਿੰਦੇ ਨੇ ਆਪਣਾ ਆਚਰਣ ਬਣਾ ਗੁਰੂ ਦੇ ਸ਼ਬਦ ਰਾਹੀਂ। ਬੁੱਧਵਾਰ ਵਾਲੇ ਦਿਨ ਤੈਨੂੰ ਇਹ ਸਮਝ ਆਵੇ ਕਿ ਮੈਂ ਆਪਣਾ ਆਚਰਣ ਕਿਵੇਂ ਬਣਾਉਣਾ ਹੈ। ਸਾਹਿਬ ਕਿਰਪਾ ਕਰਦੇ ਨੇ, ਨਾਮ ਰਤੇ ਮਨ ਨਿਰਮਲ ਹੋਏ। ਇਹ ਸ੍ਰੇਸ਼ਟ ਬੁੱਧੀ ਤੈਨੂੰ ਇਹ ਸਮਝਾਵੇ ਕਿ ਪ੍ਰਭੂ ਦੇ ਨਾਮ ਦੇ ਵਿੱਚ ਜੇ ਮਨ ਜੁੜ ਜਾਏ ਤੇ ਨਿਰਮਲ ਹੋ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਂਦੀ ਹੈ। ਹਰ ਗੁਣ ਗਾਵੈ ਹਉ ਮੈਂ ਮਲ ਧੋਏ। ਇਹ ਬੁੱਧੀ ਜਿਹੜੀ ਬੁੱਧਵਾਰ ਵਾਲੇ ਦਿਨ ਤੈਨੂੰ ਸਮਝ ਆਵੇ ਕਿ ਵਾਹਿਗੁਰੂ ਨੇ ਮੈਨੂੰ ਸ੍ਰੇਸ਼ਟ ਬੁੱਧੀ ਦਿੱਤੀ ਹੈ, ਉਸ ਬੁੱਧੀ ਦੇ ਨਾਲ ਮੈਂ ਹਰੀ ਦੇ ਗੁਣ ਗਾਵਾਂ ਤੇ ਹਉਮੈ ਮੇਰੇ ਅੰਦਰੋਂ ਚਲੀ ਜਾਵੇਗੀ, ਮੇਰਾ ਮਨ ਨਿਰਮਲ ਤੇ ਸ਼ੁੱਧ ਹੋ ਜਾਏਗਾ। ਦਰ ਸੱਚੇ ਸਦ ਸੋਭਾ ਪਾਏ। ਇਹ ਸਮਝ ਆਵੇ ਕਿ ਪ੍ਰਭੂ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਹੀ ਸ਼ੋਭਾ ਮਿਲਦੀ ਹੈ ਜਿਹੜੇ ਸੱਚ ਨਾਲ ਜੁੜ ਜਾਂਦੇ ਹਨ। ਨਾਮ ਰਤੇ ਗੁਰ ਸ਼ਬਦ ਸੁਹਾਏ। ਉਹ ਸੋਹਣੇ ਲੱਗਦੇ ਨੇ ਜੀਵ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਨੇ, ਰੱਤੇ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੀ। ਤੈਨੂੰ ਇਹ ਬੁੱਧਵਾਰ ਵਾਲੇ ਦਿਨ ਸ੍ਰੇਸ਼ਟ ਬੁੱਧੀ ਰਾਹੀਂ ਸਮਝ ਪੈਣੀ ਚਾਹੀਦੀ ਹੈ। ਤੋ ਸਾਹਿਬ ਕਿਰਪਾ ਕਰਦੇ ਨੇ ਅੱਗੇ ਪੰਜਵੇਂ ਬੰਦ ਰਾਹੀਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ, ਲਾਹਾ ਨਾਮ ਪਾਏ ਗੁਰਦੁਆਰ। ਸਾਹਿਬ ਕਿਰਪਾ ਕਰਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਨਾਮ ਦਾ ਲਾਹਾ ਤੈਨੂੰ ਗੁਰੂ ਦੇ ਦੁਆਰੇ ਤੋਂ ਮਿਲ ਸਕਦਾ, ਸਮਝ ਆ ਸਕਦੀ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਉੱਥੇ ਜਾ ਕੇ ਸਮਝ ਪਵੇਗੀ। ਆਪੇ ਦੇਵੈ ਦੇਵਨਹਾਰ। ਪ੍ਰਭੂ ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਨਾਮ ਦੀ ਦਾਤ ਜੀਵ ਨੂੰ ਬਖਸ਼ਦਾ। ਜੋ ਦੇਵੈ ਤਿਸ ਕੋ ਬਲ ਜਾਈਆ। ਜਿਹੜਾ ਪਰਮਾਤਮਾ ਸਾਰੀਆਂ ਦਾਤਾਂ ਜੀਵ ਨੂੰ ਬਖਸ਼ਿਸ਼ ਕਰਦਾ ਉਸ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ। ਗੁਰ ਪ੍ਰਸਾਦੀ ਆਪ ਗਵਾਈਆ। ਗੁਰੂ ਦੀ ਕਿਰਪਾ ਨਾਲ ਆਪਾ ਭਾਵ ਗਵਾ ਕੇ ਹੀ ਪ੍ਰਭੂ ਦੇ ਵਿੱਚ ਮਿਲਿਆ ਜਾ ਸਕਦਾ ਹੈ। ਨਾਨਕ ਨਾਮ ਰੱਖੋ ਉਰ ਧਾਰ। ਸਾਹਿਬ ਕਿਰਪਾ ਕਰਦੇ ਨੇ ਕਿ ਭਾਈ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਦਾ ਧਾਰ ਕੇ, ਸਦਾ ਟਿਕਾ ਕੇ ਰੱਖੋ, ਭਾਵ ਕਿ ਸਦਾ ਉਹਦੇ ਨਾਲ ਆਪਣੀ ਯਾਦ ਬਣਾ ਕੇ ਰੱਖੋ। ਦੇਵਨ ਹਾਰੇ ਕਉ ਜੈਕਾਰ। ਜੈ ਜੈਕਾਰ ਉਹਦੀ ਕਰ ਪਰਮਾਤਮਾ ਦੀ, ਜਿਹੜਾ ਦੇ ਰਿਹਾ ਰਿਜ਼ਕ, ਜਿਹੜਾ ਸਭ ਦੀ ਸੰਭਾਲ ਕਰ ਰਿਹਾ, ਉਸ ਪਰਮਾਤਮਾ ਦੀ ਜੈ ਜੈਕਾਰ ਜੀਵ ਤੂੰ ਹੀ ਕਰ। ਹੁਣ ਸਾਹਿਬ ਕਿਰਪਾ ਕਰਦੇ ਨੇ ਛੇਵੇਂ ਬੰਦ ਦੇ ਰਾਹੀਂ ਤੇ ਬੁੱਧਵਾਰ ਤੋਂ ਅੱਗੇ ਦਿਨ ਆਉਂਦਾ ਵੀਰਵਾਰ। ਸਾਹਿਬ ਕਿਰਪਾ ਕਰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੀਰਵਾਰ। ਵੀਰ ਭਰਮ ਭੁਲਾਏ। ਇੱਥੇ ਵੀਰ ਦਾ ਅਰਥ ਵਿਦਵਾਨਾਂ ਨੇ ਕੀਤਾ 52 ਵੀਰ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜਿਹੜੇ 52 ਵੀਰ ਵੀ ਕਹਿ ਲਓ, ਜਿਹੜੇ ਭਰਮਾਂ ਭੁਲੇਖਿਆਂ ਵਿੱਚ ਪਏ ਹੋਏ ਨੇ, ਉਹ ਵੀ ਪ੍ਰਭੂ ਪਰਮਾਤਮਾ ਨੇ ਆਪ ਹੀ ਇੱਧਰ ਪਾਏ ਹੋਏ ਨੇ। ਪ੍ਰੇਤ ਭੂਤ ਸਭ ਦੂਜੈ ਲਾਏ। ਵੀਰਵਾਰ ਦਾ ਦਿਨ ਚੜ੍ਹਿਆ, ਤੈਨੂੰ ਸਮਝ ਆ ਜਾਣੀ ਚਾਹੀਦੀ ਵੀ ਤੈਨੂੰ ਕਿਸੇ ਤੋਂ ਭੂਤਾਂ ਪ੍ਰੇਤਾਂ ਤੋਂ ਡਰਨ ਦੀ ਲੋੜ ਨਹੀਂ। ਤੈਨੂੰ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਕਿ ਭੂਤ ਪ੍ਰੇਤ ਵੀਰ ਕੋਈ ਵਸ 'ਚ ਕਰਕੇ ਮੇਰੇ ਤੇ ਉਹਨਾਂ ਦਾ ਹਮਲਾ ਨਾ ਕਰਵਾ ਦੇਵੇ। ਸਾਹਿਬ ਕਹਿੰਦੇ ਤੈਨੂੰ ਇਹ ਸਮਝ ਆਉਣੀ ਚਾਹੀਦੀ ਕਿ ਪ੍ਰਭੂ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੀ ਪਰਮੇਸ਼ਰ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਜੇ ਪੈਦਾ ਆਪ ਕੀਤੇ ਤੇ ਆਪਣੇ ਹੁਕਮ ਵਿੱਚ ਉਹਨਾਂ ਨੂੰ ਸਭ ਨੂੰ ਚਲਾਉਂਦਾ ਪਿਆ ਹੈ। ਸਾਹਿਬ ਕਹਿੰਦੇ ਤੈਨੂੰ ਭੂਤਾਂ ਪ੍ਰੇਤਾਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਨਾ ਡਰ, ਕਿਉਂਕਿ ਤੂੰ ਨਾਮ ਨਾਲ ਜੁੜ। ਆਪ ਉਪਾਏ ਕਰ ਵੇਖੈ ਵੇਖਾ। ਕਿਉਂਕਿ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਬਣਾ ਕੇ ਜੀਵ ਜੰਤੂ ਸਾਰੇ ਪੈਦਾ ਕਰਕੇ ਉਹਨਾਂ ਨੂੰ ਵੇਖਦਾ ਵੀ ਉਹ ਆਪ ਹੀ ਹੈ। ਸਭਨਾ ਕਰਤੇ ਤੇਰੀ ਟੇਕਾ। ਇਹ ਕਹਿਣਾ ਚਾਹੀਦਾ ਵਾਹਿਗੁਰੂ ਪਰਮਾਤਮਾ, ਟੇਕ ਦਾ ਮਤਲਬ ਆਸਰਾ। ਸਭ ਨੂੰ ਪਰਮਾਤਮਾ ਜੀ ਤੇਰਾ ਹੀ ਆਸਰਾ, ਤੇਰਾ ਹੀ ਸਹਾਰਾ ਹੈ। ਜੀ ਜੰਤ ਤੇਰੀ ਸ਼ਰਨਾਈ। ਸਾਰੇ ਜੀਵ ਜੰਤ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਹਨ। ਸੋ ਮਿਲੈ ਜਿਸ ਲਹਿ ਮਿਲਾਈ। ਸਾਹਿਬ ਜੀ ਕਹਿੰਦੇ ਨੇ ਉਹੀ ਪ੍ਰਭੂ ਪਰਮਾਤਮਾ ਨੂੰ ਮਿਲਦਾ ਹੈ ਜਿਹਨੂੰ ਪ੍ਰਭੂ ਪਰਮਾਤਮਾ ਆਪ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ। ਸਤਿਗੁਰੂ ਕਿਰਪਾ ਕਰਦੇ ਨੇ ਹੁਣ ਸਤਵੇਂ ਬੰਦ ਦੇ ਰਾਹੀਂ ਤੇ ਵੀਰਵਾਰ ਤੋਂ ਅਗਲਾ ਵਾਰ ਆ ਗਿਆ ਸ਼ੁੱਕਰਵਾਰ। ਸਾਹਿਬ ਕਿਰਪਾ ਕਰਦੇ ਸ਼ੁੱਕਰਵਾਰ ਪ੍ਰਭ ਰਹਿਆ ਸਮਾਈ। ਸ਼ੁੱਕਰਵਾਰ ਦਾ ਦਿਨ ਆਇਆ ਤੇ ਕੀ ਸਮਝ ਆਈ? ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਸਾਰੇ ਬੰਨੇ ਰਮਿਆ ਹੋਇਆ। ਜੈ ਜੈ ਪੇਖੂੰ ਤਹੇ ਹਜ਼ੂਰ, ਦੂਰ ਕਤਹੁ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ
ਸਦਾ ਧਿਆਈ, ਇਹ ਸਮਝ ਪੈ ਜਾਵੇ। ਆਪ ਉਪਾਏ ਸਭ ਕੀਮਤ ਪਾਈ। ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ ਹੈ, ਤੇ ਉਹਦੀ ਕੀਮਤ ਅਸੀਂ ਨਹੀਂ ਪਾ ਸਕਦੇ। ਸਾਹਿਬ ਜੀ ਕਿਰਪਾ ਕਰਦੇ ਨੇ, ਉਹ ਆਪਣੀ ਕੀਮਤ ਆਪ ਹੀ ਜਾਣਦਾ ਹੈ ਪਰਮਾਤਮਾ। ਗੁਰਮੁਖ ਹੋਵੈ ਸੋ ਕਰੇ ਵਿਚਾਰ। ਕੋਈ ਜੀਵ ਗੁਰੂ ਦੇ ਮਾਰਗ ਤੇ ਚੱਲ ਕੇ ਵਿਚਾਰ ਕਰੇ। ਕਿਹੜੀ ਵਿਚਾਰ? ਸੱਚ ਸੰਜਮ ਕਰਨੀ ਹੈ ਕਾਰ। ਇਸ ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਨੂੰ ਸਾਹਿਬ ਜੀ ਕਹਿੰਦੇ ਨੇ ਵਿਕਾਰਾਂ ਵਾਲੇ ਬੰਨੇ ਤੋਂ ਰੋਕਣ ਦਾ ਜਿਹੜਾ ਸਾਧਨ ਹੈ, ਸੰਜਮ ਜੁਗਤ ਨੂੰ ਕਹਿੰਦੇ ਨੇ। ਸਾਹਿਬ ਜੀ ਕਹਿੰਦੇ ਤੈਨੂੰ ਉਹ ਜੁਗਤ ਆ ਜਾਵੇ ਕਿ ਇਹ ਜਿਹੜਾ ਭਟਕਦਾ ਹੋਇਆ ਮਨ ਹੈ, ਜਾਂ ਸਾਡੇ ਜਿਹੜੇ ਇਹ ਇੰਦਰੇ ਨੇ, ਇਹ ਕਿਵੇਂ ਰੁਕ ਸਕਦੇ ਵਿਕਾਰਾਂ ਵਾਲੇ ਬੰਨੇ ਤੋਂ। ਸਾਹਿਬ ਕਹਿੰਦੇ ਇਹ ਜੁਗਤ ਤੈਨੂੰ ਗੁਰੂ ਦੇ ਮਾਰਗ ਤੇ ਚੱਲ ਕੇ ਹੀ ਆ ਸਕਦੀ ਹੈ। ਵਰਤ ਨੇਮ ਨਿਤਾ ਪ੍ਰਤ ਪੂਜਾ। ਸਾਹਿਬ ਜੀ ਕਹਿੰਦੇ ਕੋਈ ਵਰਤਾਂ 'ਚ ਪਿਆ ਹੈ, ਕੋਈ ਨੇਮ ਬਣਾ ਕੇ ਬੈਠਾ ਹੈ, ਕੋਈ ਨਿਤਾ ਪ੍ਰਤ ਦੇਵੀ ਦੇਵਤਿਆਂ ਦੀਆਂ ਪੂਜਾ 'ਚ ਲੱਗਾ ਹੈ। ਪਰ ਮੇਰੇ ਸਾਹਿਬ ਜੀ ਕਹਿੰਦੇ ਜੇ ਕੋਈ ਗੁਰਮੁਖ ਵਿਚਾਰ ਕਰੇ ਤਾਂ ਇਹਨਾਂ ਵਰਤ ਨੇਮਾਂ ਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਵੀ ਉੱਪਰ ਉੱਠ ਜਾਂਦਾ। ਉਹਨੂੰ ਇਹਨਾਂ ਦੀ ਪੂਜਾ ਕਰਨ ਦੀ ਲੋੜ ਨਹੀਂ ਪੈਂਦੀ। ਕਿਉਂ? ਉਹਦਾ ਕਾਰਨ ਸਾਹਿਬ ਜੀ ਸਮਝਾਉਂਦੇ ਨੇ। ਬਿਨ ਬੂਝੇ ਸਭ ਭਾਉ ਹੈ ਦੂਜਾ। ਪ੍ਰਭੂ ਪਰਮਾਤਮਾ ਦੀ ਨਾ ਸਮਝਾਉਣ ਕਰਕੇ ਮਨੁੱਖ ਦੂਜੇ ਭਾਅ 'ਚ ਜੁੜ ਜਾਂਦਾ। ਭਾਵ ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਜੀਵ ਭਟਕਦਾ ਕਦੋਂ ਹੈ? ਜਦੋਂ ਸਮਝ ਨਹੀਂ ਹੁੰਦੀ, ਸੂਝ ਬੂਝ ਨਹੀਂ ਹੁੰਦੀ, ਤਾਂ ਹੀ ਜੀਵ ਭਟਕਦਾ ਹੈ। ਹੁਣ ਸਾਹਿਬ ਕਿਰਪਾ ਕਰਦੇ ਨੇ 8ਵੇਂ ਬੰਦ ਦੇ ਰਾਹੀਂ, ਤੇ ਸ਼ੁੱਕਰਵਾਰ ਤੋਂ ਅੱਗੇ ਵਾਰ ਆਉਂਦਾ ਸ਼ਨਿਚਰਵਾਰ। ਸਾਹਿਬ ਕਹਿੰਦੇ ਸ਼ਨਿਚਰਵਾਰ ਸੌਣ ਸਾਸਤ ਵਿਚਾਰ। ਹੁਣ ਸ਼ਨਿਚਰਵਾਰ ਦਾ ਦਿਨ ਆਇਆ ਤੇ ਸਾਹਿਬ ਜੀ ਕਹਿੰਦੇ ਨੇ ਤੈਨੂੰ ਸਮਝ ਆਉਣੀ ਚਾਹੀਦੀ ਹੈ ਕਿ ਨਾ ਤੇ ਕਿਸੇ ਜੋਤਸ਼ੀ ਕੋਲੇ ਹੱਥ ਵਿਖਾਉਂਦਾ ਫਿਰੇ, ਨਾ ਕਿਸੇ ਜੋਤਸ਼ੀ ਨੂੰ ਚੰਗੇ ਮੰਦੇ ਦਿਨਾਂ ਦੀ ਵਿਚਾਰ ਪੁੱਛਦਾ ਫਿਰੇ। ਜੇ ਸ਼ਨਿਚਰਵਾਰ ਦਾ ਦਿਨ ਆ ਗਿਆ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜਿਹੜੀ ਪ੍ਰਭੂ ਪਰਮਾਤਮਾ ਨੇ ਸ੍ਰੇਸ਼ਟ ਬੁੱਧੀ ਦਿੱਤੀ, ਉਹਦੇ ਨਾਲ ਵਿਚਾਰ ਕਰ ਕਿ ਕੌਣ ਇਹਨਾਂ ਚੰਗੇ ਮਾੜੇ ਦਿਨਾਂ ਦੀ ਵਿਚਾਰ। ਦਿਨ ਤਾਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਬਣਾਏ, ਫਿਰ ਕਿਹੜਾ ਜਿਹੜਾ ਇਹ ਕਹੇਗਾ ਆਹ ਦਿਨ ਚੰਗਾ ਤੇ ਆਹ ਮਾੜਾ। ਸਾਹਿਬ ਕਹਿੰਦੇ ਤੇਰੀ ਸੁਰਤ ਇੰਨੀ ਉੱਚੀ ਉੱਠ ਜਾਏ ਕਿ ਤੈਨੂੰ ਜੋਤਸ਼ੀਆਂ ਕੋਲੇ ਜਾਣ ਦੀ ਲੋੜ ਹੀ ਨਾ ਪਵੇ। ਹਉ ਮੈਂ ਮੇਰਾ ਭਰਮ ਹੈ ਸੰਸਾਰ। ਮਨੁੱਖ ਭਰਮ ਵਿੱਚ ਭਟਕਣਾ ਵਿੱਚ ਪਿਆ ਹੋਇਆ ਹੈ। ਪ੍ਰਭੂ ਪਰਮਾਤਮਾ ਤੋਂ ਦੂਰ ਹੋਣ ਕਰਕੇ, ਹਉਮੈ ਹੋਣ ਕਰਕੇ ਨਿਰੰਕਾਰ ਤੋਂ ਜੀਵ ਟੁੱਟ ਜਾਂਦਾ ਹੈ। ਮਨ ਮੁਖ ਅੰਧਾ ਦੂਜੈ ਭਾਏ। ਮਨ ਪਿਛੇ ਤੁਰਨ ਵਾਲਾ ਜੀਵ ਪਰਮਾਤਮਾ ਨੂੰ ਛੱਡ ਕੇ ਹੋਰ ਇੱਧਰ ਉੱਧਰ ਦੇ ਦੇਵੀ ਦੇਵਤੇ ਜਾਂ ਵਹਿਮਾਂ ਭਰਮਾਂ ਕਰਮ ਕਾਂਡਾਂ 'ਚ ਫਸ ਗਿਆ। ਜਮ ਦਰ ਬਾਧਾ ਚੋਟਾਂ ਖਾਏ। ਫਿਰ ਐਸਾ ਜੀਵ ਜਮਾਂ ਦੇ ਦਰ ਤੇ ਬੱਧਾ ਹੋਇਆ ਹਮੇਸ਼ਾ ਚੋਟਾਂ ਹੀ ਖਾਂਦਾ ਹੈ। ਗੁਰ ਪ੍ਰਸਾਦੀ ਸਦਾ ਸੁਖ ਪਾਏ। ਗੁਰੂ ਦੀ ਕਿਰਪਾ ਦੇ ਨਾਲ ਹੀ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚ ਕਰਨੀ ਸਾਚ ਲਿਵ ਲਾਏ। ਸਾਹਿਬ ਜੀ ਕਹਿੰਦੇ ਨੇ ਜੇ ਤੇਰਾ ਆਚਰਣ, ਕਰੈਕਟਰ ਇਹ ਤੇਰਾ ਉੱਚਾ ਹੋ ਜਾਏ, ਤੇਰੀ ਸੁਰਤ ਸੱਚੇ ਪਰਮਾਤਮਾ ਨਾਲ ਜੁੜ ਜਾਏ, ਤੇ ਗੁਰੂ ਦੀ ਕਿਰਪਾ ਨਾਲ ਤੈਨੂੰ ਫਿਰ ਕਿਸੇ ਜੰਮ ਦੀ ਚੋਟ ਨਹੀਂ ਪਏਗੀ। ਫਿਰ ਤੈਨੂੰ ਕਿਸੇ ਜੋਤਸ਼ੀ ਕੋਲੇ ਹੱਥ ਵਿਖਾਉਣ ਦੀ ਲੋੜ ਹੀ ਨਹੀਂ ਪੈਗੀ। ਤੂੰ ਆਪਣੇ ਜੀਵਨ ਨੂੰ ਪ੍ਰਭੂ ਦੇ ਨਾਮ ਦੇ ਰਾਹੀਂ ਉੱਚਾ ਕਰ, ਉਹਦੇ ਵਿੱਚ ਆਪਣੀ ਸੁਰਤ ਜੋੜ। ਤੋਂ ਸਾਹਿਬ ਕਿਰਪਾ ਕਰਦੇ ਨੇ ਅੱਗੇ ਸਤਿਗੁਰ ਸੇਵੈ ਸੇ ਵੱਡ ਭਾਗੀ। 9ਵੇਂ ਬੰਦ ਰਾਹੀਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਜਿਹੜੇ ਜੀਵ ਵਾਹਿਗੁਰੂ ਨੂੰ ਯਾਦ ਕਰਦੇ ਨੇ, ਉਹਦੀ ਸੇਵਾ ਸਿਮਰਨ ਕਰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਜੀਵ ਹਨ। ਹਉਮੈ ਮਾਰ ਸੱਚ ਲਿਵ ਲਾਗੀ। ਹਉਮੈ ਨੂੰ ਜਿਹੜੇ ਜੀਵਾਂ ਨੇ ਖਤਮ ਕਰਕੇ ਆਪਣੇ ਮਨ ਨੂੰ ਪ੍ਰਭੂ ਪਰਮਾਤਮਾ ਦੇ ਵਿੱਚ ਜੋੜ ਲਿਆ ਹੈ। ਤੇਰੇ ਰੰਗ ਰਾਤੇ ਸਹਿਜ ਸੁਭਾਏ। ਫਿਰ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਸੁਤੇ ਸਿੱਧ ਹੀ ਉਹਨਾਂ ਦਾ ਮਨ ਜੁੜ ਜਾਂਦਾ ਹੈ। ਤੋ ਸਾਹਿਬ ਕਿਰਪਾ ਕਰਦੇ ਨੇ ਤੂੰ ਸੁਖ ਦਾਤਾ ਲਹਿ ਮਿਲਾਏ। ਹੇ ਸੁਖ ਦਾਤਾ, ਸੁਖ ਦੇਣ ਵਾਲੇ ਦਾਤਾ ਜੀ, ਤੂੰ ਆਪ ਹੀ ਜੀਵਾਂ ਤੇ ਤਰਸ ਕਰਕੇ ਆਪਣੇ ਨਾਲ ਮਿਲਾਉਣਾ ਕਰੋ। ਏਕ ਸਤੇ ਦੂਜਾ ਨਾਹੀ ਕੋਈ। ਪ੍ਰਭੂ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਭਾਈ ਦੂਜਾ ਜ਼ਿੰਦਗੀ ਵਿੱਚ ਸੁਖ ਦੇਣ ਵਾਲਾ ਨਹੀਂ ਹੈ। ਗੁਰਮੁਖ ਬੂਝੈ ਸੋਝੀ ਹੋਏ। ਪਰ ਕੋਈ ਵਿਰਲਾ ਜਿਹੜਾ ਗੁਰੂ ਦੇ ਮਾਰਗ ਤੇ ਚੱਲ ਕੇ ਜਿਹਨੂੰ ਇਹ ਸਮਝ ਪਵੇਗੀ, ਤੋ ਸਾਹਿਬ ਕਿਰਪਾ ਕਰਦੇ ਨੇ ਆਖਰੀ 10ਵੇਂ ਬੰਦ ਵਿੱਚ ਇਸ ਤੱਕ 9 ਬੰਦਾਂ ਰਾਹੀਂ ਗੁਰੂ ਸਾਹਿਬ ਨੇ
ਵਿਚਾਰ ਕਰਕੇ ਸਮਝਾਈ। ਹੁਣ ਸਾਹਿਬ ਕਿਰਪਾ ਕਰਦੇ ਨੇ, ਆਖਰੀ ਬੰਦ ਹੈ। ਮੇਰੇ ਸਾਹਿਬ ਕਹਿੰਦੇ 15 ਥਿੱਤੀ ਤੈ 7 ਵਾਰ। ਸਾਹਿਬ ਜੀ ਕਹਿੰਦੇ 15 ਥਿੱਤਾਂ ਰਾਹੀਂ ਤੇ 7 ਵਾਰਾਂ ਦੇ ਰਾਹੀਂ ਮਹਾਰੁਤੀ ਆਵੈ ਵਾਰੋ ਵਾਰ। ਮਹਾਰੁਤੀ ਆਵੈ ਵਾਰ ਵਾਰ। ਸਾਹਿਬ ਜੀ ਕਹਿੰਦੇ ਨੇ ਮਾਹ ਮਹੀਨਾ, ਰੁੱਤ, ਰੁੱਤੀ ਦਾ ਮਤਲਬ ਰੁੱਤਾਂ। ਸਾਹਿਬ ਜੀ ਕਹਿੰਦੇ ਨੇ 7 ਵਾਰ ਦਾ ਭਾਵ ਕਿ ਦਿਨ ਵੀ ਨਿਰੰਤਰ ਹੀ ਚੱਲੀ ਜਾਣੇ ਨੇ, ਮਹੀਨੇ ਵੀ ਬਦਲਦੇ ਹੀ ਰਹਿਣੇ ਨੇ, ਰੁੱਤਾਂ ਵੀ ਬਦਲਦੀਆਂ ਰਹਿਣੀਆਂ ਨੇ। ਤਾਂ ਸਾਹਿਬ ਜੀ ਕਹਿੰਦੇ ਵਾਰ ਭਾਵ ਕਿ ਦਿਨ, ਜੇ ਜਿਹੜਾ ਦਿਨ ਚੜ੍ਹ ਗਿਆ ਅਗਲੇ ਦਿਨ ਉਹ ਦੂਜਾ ਦਿਨ ਆ ਹੀ ਜਾਣਾ, ਫਿਰ ਰਾਤ ਪੈ ਗਈ, ਦਿਨ ਚੜ੍ਹ ਗਿਆ। ਇਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸੰਸਾਰ ਦੀ ਜਦੋਂ ਰਚਨਾ ਕਰ ਦਿੱਤੀ ਉਦੋਂ ਤੋਂ ਲੈ ਕੇ ਅੱਜ ਤੱਕ ਇਵੇਂ ਤੁਰਿਆ ਆਉਂਦਾ ਹੈ। ਤੋ ਸਾਹਿਬ ਜੀ ਕਹਿੰਦੇ ਦਿਨ ਸਰੈਣ ਤੇ ਮੈਂ ਸੰਸਾਰ। ਇਸ ਸੰਸਾਰ ਨੇ ਦਿਨ ਤੇ ਰਾਤ ਬਣੀ, ਰਾਤ ਪਈ ਹੈ, ਦਿਨ ਚੜ੍ਹਨਾ ਹੀ ਚੜ੍ਹਨਾ ਹੈ, ਦਿਨ ਚੜ੍ਹਿਆ ਤੇ ਰਾਤ ਆਉਣੀ ਹੀ ਆਉਣੀ। ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਇਹ ਦਿਨ ਰਾਤ ਆਉਂਦੇ ਜਾਂਦੇ ਨੇ, ਮਹੀਨੇ, ਥਿੱਤਾਂ, ਵਾਰਾਂ, ਇਹ ਜਿਵੇਂ ਇਹ ਤਬਦੀਲ ਹੁੰਦੇ ਰਹਿੰਦੇ ਨੇ ਨਾ, ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਆਵਾ ਗਾਉਣ ਕੀਆ ਕਰਤਾਰ। ਪ੍ਰਭੂ ਪਰਮਾਤਮਾ ਨੇ ਇਸੇ ਤਰ੍ਹਾਂ ਹੀ ਸੰਸਾਰ ਦੀ ਇਹ ਰਚਨਾ ਬਣਾਈ ਹੈ। ਕੋਈ ਸੰਸਾਰ ਤੇ ਤੁਰਿਆ ਆਉਂਦਾ, ਕੋਈ ਤੁਰਿਆ ਜਾਂਦਾ, ਕੋਈ ਤੁਰਿਆ ਆਉਂਦਾ, ਕੋਈ ਤੁਰਿਆ ਜਾਂਦਾ। ਇਹ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਨੇ ਸੰਸਾਰ ਦੀ ਇਹੀ ਖੇਡ ਬਣਾਈ ਹੋਈ ਹੈ। ਤੇ ਸਾਹਿਬ ਕਿਰਪਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਅਖੀਰ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਅਖੀਰਲੀ ਪੰਕਤੀ ਵਿੱਚ ਸਮਝਾ ਦਿੱਤਾ ਮਨੁੱਖ ਨੂੰ ਕਿ ਨਿਹਚਲ ਸਾਚ ਰਹਿਆ ਕਲ ਧਾਰ। ਜੇ ਨਿਹਚਲ ਹੈ ਨਾ ਕੋਈ, ਸਦੀਵੀ ਹੈ, ਜਿਹੜਾ ਚਲਾਏਮਾਨ ਨਹੀਂ ਹੈ ਤੇ ਉਹ ਕੇਵਲ ਪਰਮਾਤਮਾ ਹੈ। ਨਾਨਕ ਗੁਰਮੁਖ ਬੂਝੈ ਕੋਈ ਸ਼ਬਦ ਵਿਚਾਰ। ਕੋਈ ਵਿਰਲਾ ਗੁਰਮੁਖ ਇਸ ਗੱਲ ਨੂੰ ਸਮਝ ਸਕਦਾ ਕਿ ਜੋ ਕੁਝ ਦਿਸਦਾ ਹੈ ਸਭ ਚਲਾਏਮਾਨ ਹੈ, ਜੋ ਕੁਝ ਦਿਸਦਾ ਹੈ ਇਹ ਬਿਨਸ ਵੀ ਜਾਣ ਵਾਲਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰਵਾਜ ਕੇ ਕਾਲ। ਪਰ ਜੋ ਨਹੀਂ ਬਿਨਸਣ ਵਾਲਾ ਉਹ ਕੇਵਲ ਪਰਮਾਤਮਾ ਹੈ, ਜੋ ਚਲਾਏਮਾਨ ਨਹੀਂ, ਜੋ ਨਿਹਚਲ ਹੈ ਤੇ ਸਦੀਵੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਵਾਰਾਂ ਦੇ ਰਾਹੀਂ ਜੋੜਿਆ ਨਿਰੰਕਾਰ ਦੇ ਨਾਲ ਹੈ ਕਿ ਹੇ ਭਾਈ ਦਿਨ ਵਾਰਾਂ ਦੇ ਭਰਮ ਭੁਲੇਖਿਆਂ ਤੋਂ ਉੱਪਰ ਉੱਠੋ। ਪ੍ਰਭੂ ਪਰਮਾਤਮਾ ਨੇ ਸਾਰੇ ਦਿਨ ਵਾਰ ਜਦੋਂ ਸੰਸਾਰ ਦੀ ਰਚਨਾ ਹੋਈ ਤੇ ਨਾਲ ਇਹ ਵੀ ਬਣਾ ਦਿੱਤੇ। ਸਾਹਿਬ ਜੀ ਕਹਿੰਦੇ ਇਹਨਾਂ ਦੇ ਭਰਮ ਭੁਲੇਖਿਆਂ 'ਚ ਪੈਣ ਦੀ ਲੋੜ ਨਹੀਂ। ਇਹਨਾਂ ਦੇ ਰਾਹੀਂ ਵੀ ਮੇਰੇ ਸਾਹਿਬ ਨੇ ਮਨੁੱਖ ਨੂੰ ਉਪਦੇਸ਼ ਦੇ ਕੇ ਉਸ ਪ੍ਰਭੂ ਪਰਮਾਤਮਾ ਨਾਲ ਜੋੜਿਆ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਅੱਜ ਆਪ ਜੀ ਨੂੰ ਪਤਾ ਹੈ ਕਿ ਜੋ ਸ਼ਾਮ ਨੂੰ 12 ਵਜੇ ਤੱਕ ਕੀਰਤਨ ਦਰਬਾਰ ਸਜਣਗੇ, ਗੁਰਬਾਣੀ ਦੀ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਹਨ। ਗੁਰੂ ਘਰ ਵਿਖੇ ਭਾਈ ਅਵਤਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਅਖੰਡ ਪਾਠ ਸਾਹਿਬ ਵੀ ਆਰੰਭ ਹੋਣੇ ਨੇ 9 ਵਜੇ ਤੋਂ ਰਾਤ ਨੂੰ 12 ਵਜੇ ਤੱਕ ਸਮਾਗਮ ਜਿਹੜਾ ਹੈ ਉਹ ਚੱਲਣਾ ਹੈ। ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ, ਭੁੱਲ ਚੁੱਕ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਤੇ ਉਪਰੰਤ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ। ਰਾਮ ਕਲੀ ਮਹੱਲਾ ਤੀਜਾ।